ਔਰ ਇਹ ਗਾਲਾਂ ਕੱਢ ਰਹੇ ਨੇ ਮਰਜ਼ਾਈਆਂ ਨੂੰ, ਸਮਝ ਆਈ ਜੇ। ਤੇ ਮੈਂ ਸਰ ਸਲਾਮ ਕਰਨਾ ਤੁਹਾਡੀ ਅਜ਼ਮਤ ਨੂੰ ਵਾਟਰ ਸਾਹਿਬ, ਤੁਸਾਂ ਮੇਰੀ ਅੱਜ ਤੱਕ ਮਾਂ ਭੈਣ ਨਹੀਂ ਕੀਤੀ, ਮੇਰੀ ਕਿਸੇ ਬੇਟੀ ਨੂੰ ਗਾਲ ਨਹੀਂ ਕੱਢੀ। ਅੱਜ ਤੱਕ 7 ਮਹੀਨਿਆਂ ਦੇ ਵਿੱਚ ਇੱਕ ਵੀ ਬੰਦਾ ਅਹਿਮਦੀ ਨਹੀਂ ਜਿਸ ਬੰਦੇ ਮੈਨੂੰ ਗਾਲ ਕੱਢੀਏ। ਤੇ ਮੈਂ ਕੱਲ ਵੀ ਇਹਨਾਂ ਦੀ ਮੀਆਂ ਸਾਹਿਬ ਦੀ ਬਰਾਤ ਤੇ ਫਤਿਹ ਇਸਲਾਮ ਨਾਲ ਜਦੋਂ ਉਹਨਾਂ ਕਿਹਾ ਕਿ ਬਈ ਮੇਰੇ ਅਕੀਦੇ ਦੇ ਮੁਤਾਬਕ ਮੈਂ ਰਾਜਾ ਤਾਲ ਮਨਾਨ ਅਲੈਹਿਸਲਾਤੁ ਵਸਲਾਮ ਕਹਿ ਸਕਣਾ, ਕੋਈ ਹਰਜ ਨਹੀਂ। ਉਹਨਾਂ ਉਸ ਤੋਂ ਬਾਅਦ ਮੈਨੂੰ ਵਾਰੀ ਦਿੱਤੀ ਮਾਈਕ ਦੀ ਤੇ ਮੈਂ ਕਿਹਾ ਜੀ ਮੈਂ ਵੀ ਆਪਣੇ ਅਕੀਦੇ ਦਾ ਇਜ਼ਹਾਰ ਕਰਾਂਗਾ ਕਿ ਰਾਜਾ ਉਤਾਲ ਮਨਾਨ ਅਲੈਹਿਸਲਾਮ ਕਹਿਣਾ ਬਿਲਕੁਲ ਨਜਾਇਜ਼ ਹੈ ਮੇਰੇ ਅਕੀਦੇ ਦੇ ਮੁਤਾਬਕ, ਔਰ ਕੁਰਾਨ ਹਦੀਸ ਦੀ ਰੋਸ਼ਨੀ 'ਚ ਇਹ ਬਿਲਕੁਲ ਅਲਾਉਡ ਨਹੀਂ। ਲੇਕਿਨ ਉਹਨਾਂ ਮੈਨੂੰ ਫਿਰ ਵੀ ਗਾਲਾਂ ਨਹੀਂ ਕੱਢੀਆਂ, ਉਹਨਾਂ ਮੇਰਾ ਮਾਈਕ ਵੀ ਰਿਮੂਵ ਨਹੀਂ ਕੀਤਾ, ਉਹਨਾਂ ਮੈਨੂੰ ਮਾਈਕ 'ਚ ਬਰਾਤ ਦੇ ਵਿੱਚ ਵੀ ਨਹੀਂ ਕੱਢਿਆ। ਯਾਨੀ ਗੱਲ ਇਹ ਵੇ, ਮੇਰਾ ਮੁਸਲਮਾਨਾਂ ਵਾਸਤੇ ਹੁਣ ਸਵਾਲ ਇਹ ਵੇ ਕਿ ਇਹ ਕਿਹੜਾ ਇਸਲਾਮ ਪ੍ਰੈਕਟਿਸ ਕਰ ਰਹੇ ਨੇ ਜਿਹੜਾ ਮੇਰੀ ਧੀ ਭੈਣ ਦੇ ਕੱਪੜੇ ਨਹੀਂ ਲਾਉਂਦਾ? ਤੇ ਇਹ ਕਿਹੜਾ ਇਸਲਾਮ ਤੁਸੀਂ ਪ੍ਰੈਕਟਿਸ ਕਰ ਰਹੇ ਹੋ? ਕਿਸ ਇਸਲਾਮ ਦੀ ਤੁਸੀਂ ਦਾਵਤ ਦੇ ਰਹੇ ਹੋ ਜਿਹਦੇ ਅੰਡਰ ਇੱਕ ਮੁਸਲਮਾਨ ਨੂੰ ਤੁਸੀਂ ਗੈਰ ਮੁਸਲਿਮ ਕਹਿ ਰਹੇ ਹੋ? ਇੱਕ ਮੁਸਲਮਾਨ ਦੀ ਬੇਟੀਆਂ ਜਿਨ੍ਹਾਂ ਦੀ ਉਮਰਾਂ ਦਾ ਤੁਹਾਨੂੰ ਨਹੀਂ ਪਤਾ ਕਿ ਕਿਸ ਮਾਸੂਮ ਉਮਰਾਂ ਵਿੱਚ ਨੇ ਉਹ, ਤੇ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਕਿ ਉਹ ਕਾਦੀਆਨੀਆਂ ਦੇ ਵਿੱਚ ਉਹਨਾਂ ਦੀ ਸ਼ਾਦੀ ਹੋਈ ਹੈ ਜੀ। ਔਰ ਉਸ ਇਹ ਵਜ੍ਹਾ ਕਰੈਕਟਰਸ ਨੂੰ ਤੁਸੀਂ ਨਾਲ ਬਿਠਾਉਂਦੇ ਹੋ, ਉਹਨਾਂ ਨੂੰ ਪ੍ਰੋਟੈਕਟ ਕਰਦੇ ਹੋ। ਈਵਨ ਉਲਮਾਏ ਦੀਨ ਤੱਕ ਇਹਨਾਂ ਲੋਕਾਂ ਨੂੰ ਪ੍ਰੋਟੈਕਟ ਕਰਦੇ ਨੇ, ਪੈਂਪਰ ਕਰਦੇ ਨੇ, ਸਪੋਰਟ ਕਰਦੇ ਨੇ। ਸਰ ਮੈਂ ਲਾਨਤ ਭੇਜਣਾ ਇਸ ਵਰਸ਼ਨ ਦੇ ਉੱਤੇ ਜਿਹੜਾ ਤੁਸੀਂ ਇਹ ਪੇਸ਼ ਕਰ ਰਹੇ ਹੋ, ਇਹ ਇਸਲਾਮ ਨਹੀਂ। ਇਸਲਾਮ ਹੋਏ ਜਿਹੜਾ 30 ਪਾਰਿਆਂ ਦੇ ਵਿੱਚ ਤੇ ਜਿਹੜਾ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਪਾਕ ਤੇ ਸੱਚੀਆਂ ਹਦੀਸਾਂ ਦੇ ਵਿੱਚ ਸੱਲੱਲਾਹੁ ਅਲੈਹਿ ਵਸੱਲਮ ਮੈਂ ਉਸ ਇਸਲਾਮ ਦਾ ਪੈਰੋਕਾਰ ਹਾਂ, ਉਸ ਇਸਲਾਮ ਦਾ ਮੈਂ ਬਿਲੀਵਰ ਹਾਂ। ਮੈਂ ਸਿਰਫ ਇਹ ਰੈਫਰੈਂਸ ਵਾਸਤੇ ਕਹਾਂਗਾ, ਮੈਂ ਉਹ ਕਿਸੇ ਸ਼ਖਸ ਦਾ ਨਾਂ ਨਹੀਂ ਲੈ ਰਿਹਾ ਕਿਉਂਕਿ ਮੈਂ ਵਾਅਦਾ ਕਰ ਬੈਠਾ ਰਾਜਾ ਜਾਵੇਦ ਸਾਹਿਬ ਨਾਲ ਕਿ ਮੈਂ ਨਹੀਂ ਕਹਾਂਗਾ। ਲੇਕਿਨ ਮੈਂ ਇਹ ਜ਼ਰੂਰ ਕਹਾਂਗਾ ਇਹ ਇਸਲਾਮ ਨਹੀਂ ਹੈ, ਇਹ ਸ਼ੈਤਾਨੀ ਫਿਰਕਾ ਜ਼ਰੂਰ ਹੈ ਜਿਹਦੇ ਇਹ ਪੈਰੋਕਾਰ ਨੇ, ਇਸਲਾਮ ਨਹੀਂ। ਥੈਂਕ ਯੂ। ਠੀਕ ਹੈ ਵਾਟਰ ਸਾਹਿਬ ਸੌਰੀ ਮੈਂ ਇੰਨਾ ਲੰਮਾ ਵੈਸੇ ਆਪਣਾ ਹੋਸਟ ਸਾਹਿਬ ਕੱਢੀਆਂ ਨੇ ਜੀ। ਤੁਸੀਂ ਕੱਲ ਮੈਨੂੰ ਵੀ ਗਾਲਾਂ ਕੱਢਦੇ ਰਹੇ ਜੋ ਜੀ। ਮੈਂ ਸਿੱਧੂ ਸਾਹਿਬ ਗਾਲਾਂ ਤੁਹਾਨੂੰ ਵੀ ਕੱਢਾਂਗਾ, ਉਹਦੀ ਵਜ੍ਹਾ ਇਹ ਵੇ ਕਿ 7 ਮਹੀਨੇ ਹੋ ਗਏ ਨੇ ਤੁਸੀਂ ਮੈਨੂੰ ਕੋਈ ਗਾਲ ਨਹੀਂ ਕੱਢੀ। ਬਹੁਤ ਬੜੀ ਗੱਲ। ਤੁਸੀਂ ਕੱਲ ਸਿੱਧੂ ਜੱਟ ਦਾ ਨਾਮ ਲੈ ਕੇ ਗਾਲਾਂ ਨੂੰ ਕਿਹਾ ਕਿ ਫਰਾਉਨ ਹੈ ਉਹ ਇਦਾਂ ਦਾ ਤੇ ਉਦਾਂ ਦਾ, ਮੈਂ ਜ਼ਰੂਰ ਕੀਤਾ ਹੋਰ ਸਿੱਧੂ ਜੱਟ ਤੁਸੀਂ ਇਹਦਾ ਖਿਆਲ ਰੱਖਣਾ ਹੈ ਕਿ ਸਿੱਧੂ ਜੱਟ ਲਾਲ ਆਈਡੀ ਵਾਲਾ ਕਿਆ ਕਰਦਾ। ਅੱਲਾ ਸਾਰੀ ਪਤਾ ਤੁਸੀਂ ਮੇਰਾ ਨਾਮ ਹੀ ਨਾਲ ਬਦਨਾਮ ਕਰੀ ਰੱਖਦੇ ਜੋ। ਨਹੀਂ ਸੌਰੀ, ਤੁਸੀਂ ਵੀ ਜਾਣ ਬੁੱਝ ਕੇ ਇੱਕ ਕਰੈਕਟਰ ਜਿਹੜਾ ਹੁਣ ਤੁਸੀਂ ਕਮ ਸੇ ਕਮ ਚਲ ਕੋਈ ਬੰਦਾ ਚੌਧਰੀ ਰੱਖ ਲੈਂਦਾ ਹੈ, ਕੋਈ ਜੱਟ ਜਾਂ ਇਸ ਤਰ੍ਹਾਂ, ਮਤਲਬ ਤੁਸੀਂ ਵੀ ਸਿੱਧੂ ਜੱਟ ਵਾੜੇ ਆ। ਬਹੁਤ ਹੀ ਬਦਨਾਮ ਤੇ ਬਹੁਤ ਹੀ ਨੋਟੋਰੀਅਸ ਕਰੈਕਟਰ ਹੈ, ਡਿਸਗਸਟਿੰਗ। ਲੇਕਿਨ ਆਈ ਅਪੋਲੋਜਾਈਜ਼ ਟੂ ਲਾਈ ਸਰ। ਅੱਛਾ ਅਫਜ਼ਲ ਭਾਈ, ਇਹ ਆਪਣਾ ਤੁਹਾਡੇ ਨਾਲ ਵਾਟਰ ਭਾਈ ਨਾਲ ਗੱਲ ਕਰ ਲਓ, ਲੇਕਿਨ ਇੱਕ ਖਿਆਲ ਰੱਖਣਾ ਕਿ ਇੱਥੇ ਮੁਰੀਦ ਸਾਹਿਬ ਬੈਠੇ ਨੇ ਔਰ ਉਹਨਾਂ ਦੇ ਕੋਲ ਮੇਰੇ ਖਿਆਲ ਬਹੁਤ ਦੇਰ ਹੈ ਰਾਤ ਦੀ। ਓ ਮਾਈ ਗॉड ਸੌਰੀ हजरत पीर मुरीद खास सैयद मजलूम शाह साहब, अस्सलाम वालेकुम। वालेकुम अस्सलाम रहमतुल्लाह बरकातहू। बाजी सलाम पहुंच गया, आप मुझे बात करने दें ताकि मैं जाऊं फिर, क्योंकि मैंने ज्यादा लंबी बात नहीं करनी होती, मैंने टू द पॉइंट बात करनी होती है। अफजाल साहब मेरी बात सुने, मैंने कभी भी किसी आदमी को नजायज गालियां नहीं दी। मैंने गालियां दी 100%, मैं गवाही देना, यू आर एब्सोल्युटली करेक्ट। साहब को गालियां दी हैं और मैंने जो है वो क्या कहते हैं ज़िया रसूल अमीनी को गालियां दी हैं, और मैं गालियां जो होती हैं पूरे प्लान के साथ ही देता हूँ। वो मेरा पूरा डिलिबरेट होता है, वो ये नहीं है कि मेरे को जज्बात को किसी ने उखेड़ दिया और मैंने गालियां दे दी, वो पूरे प्लान के साथ होती हैं। अच्छा वो एक और मसला है, लेकिन मैं आपको एक बात बता दूं कि शुक्र है, मैं शुक्र अदा करता हूँ कि आप जैसा मुसलमान भी जो है ना वो ब्रॉडों पे आया है, वरना तो मुझे ऐसे लग रहा था जैसे पाकिस्तान की अगली नस्ल का ना बेड़ा ही गर्क हो चुका हुआ है, और वहाँ पे एक भी चज का बच्चा आइंदा के बाद कभी पैदा नहीं होएगा, और वहाँ पे सिर्फ़ और सिर्फ मज़हब जो है वो लोगों को कत्ल करने के लिए और खून की होली खेलने के लिए उसका इस्तेमाल होएगा। कहीं पे किसी को नमाज़ों की तरफ ध्यान नहीं दिया जा रहा, इबादतों की तरफ ब्रॉडों पे ध्यान नहीं दिया जाता, कहीं कोई अखलाकी इक़दार पर ध्यान नहीं दिया जाता। किसी बच्चे को कोई बंदा नहीं कह रहा कि बेटा तू पढ़ ले, तू टैक्सी और ट्रक के अलावा कोई काम ही नहीं कर रहा बच्चा। कोई पढ़ने वाला बच्चा नहीं आता, कोई पायलट नहीं आ रहा, कोई इंजीनियर नहीं आ रहा, कोई कंप्यूटर ग्रेजुएट नहीं आ रहा, कोई लॉयर बच्चा नहीं कभी ब्रॉड पे आया। कोई सब लोग जो हैं जो भी ब्रॉडों में बैठे हैं उनको एक ही मजमून आता है जी, ख़त्म नबूवत।
اور قادیانی دشمن. یہ اتنی فضول بات ہے. ویسٹ میں آ کے پتہ لگتا ہے کہ یار یہودیوں جن کے خلاف ہم ہر وقت بک بک کرتے رہتے ہیں ان کے پاس اتنا ٹائم ہی نہیں ہے. فلسطین کے ساتھ ان کا تنازع جو جھگڑے کا جگہ کا چل رہا ہے وہ اور چیز ہے, لیکن باقی ساری امت کے ساتھ ان کو کوئی, دے آر بزنس ڈوئنگ پیپل, بڑے لائق اور بڑے پڑھے لکھے اور بڑے کام کرنے والے اور حلال رزق کمانے والے بندے ہیں ان کے پاس بھی. یہی باقی سارے ویسٹ کا حال ہے. یہاں پہ پاکستانی لڑکے لڑکیاں بھی اسٹوروں میں کام کر رہے ہیں, چھوٹی چھوٹی جابیں بھی کر رہے ہیں, بڑی بڑی جابیں بھی کر رہے ہیں, پڑھ بھی رہے ہیں ساتھ ساتھ بچے, بڑے ایماندار بہت اچھے بچے ہوتے ہیں. لیکن یہ پاکستان سے کون سی جنتا آ رہی ہے جو دن کو ٹیکسیاں چلاتی ہے اور رات کو ختم نبوت کا جہاد کر رہی ہے, اور وہی بدتمیزیاں جو ہم نے کبھی پاکستان کے بڑے شہروں میں نہیں دیکھی. پاکستان کے پنڈوں اور قصبوں کی بدتمیزیاں جو ہیں وہ اٹھا کر نیو یارک اور کینیڈا لے آئے ہیں. تو یہ بڑی افسوسناک صورتحال ہے. میں تو ان ساروں کو ریکمینڈ کرتا ہوں کہ بھائی جن جن کورسز میں اسکالرشپ ملتے ہیں, ایک ہفتے کے کورس سے لے کے ایک مہینے کے کورس سے لے کے 2 سال کی ایم ایس سی یا بی اے کی یا سرٹیفکیٹ یا ڈپلومے کرو یار. کوئی داخل ہو, کہیں جاؤ, انٹریکٹ کرو ان قوموں کے ساتھ, کچھ سیکھو ان سے. نہیں تو وہی پنڈ کی سیاست اور مولوی سب سے لائق آدمی تمہارے ذہن میں رہ جائے گا, اور مولوی اللہ رسول بن کے خود بیٹھا ہوا ہے ہر جگہ پہ. یار مطلب کہ اپنی حالت بدلو, ٹھیک ہے نا. تو یہ نوجوانوں کو بڑا شکر ہے کہ آپ آئے ہیں اس فیلڈ میں, اور میں چاہتا ہوں کہ آپ براڈیں چلائیں اور آپ سے لوگ سیکھیں, کیونکہ آپ ایک پہلے پڑھے لکھے بندے ہیں. نہیں تو یہ ہمارے متھے تو 8 سال سے سیالوی لگا ہوا ہے, مفتی مبشر شاہ لگا ہوا ہے, سید ظفر اللہ شاہ لگا ہوا ہے, جو اپنا ہی ایک ترجمہ کھولتا ہے اور لوگوں کو اس کی انٹرپریٹیشن آپ ہی بنا کے سناتا ہے, جس میں سورت کافرون میں کہتا ہے دیکھو جی ابھی میں بتاؤں گا کہ مرزا کیسے کافر ہے. یہ دیکھو یہ کافرون لکھا ہوا ہے نا, اس کا مطلب ہے مرزا غلام احمد قادیانی, اس کا نام دوسرا کافر کے طور پہ قرآن پاک میں آیا ہے. جھوٹ بولتا تھا یہ آدمی ہمیشہ. اچھا جی, وہ اس طرح کی تفسیریں ہو رہی ہیں, اللہ معاف کرے جی. لیکن آئی ایم ویری ہیپی ود یو. آپ نے اگر میرا نام یوز کر دیا کوئی ایسی بات نہیں ہے, لیکن وہ جو آپ کے ساتھ یہ جو اہیر صاحب, اے کے شیخ صاحب, یہ ہماری جماعت کا کچرا ہیں. دے آر ویسٹ آف جماعت احمدیہ. ہمیں کوئی ان کے منہ سے کبھی کوئی چنگی بات آپ نے سنی ہے؟ کو میاں بیوی میں بھی طلاق ہو جائے نا تو وہ دونوں ایک دوسرے کو گرو کرنے کا موقع دیتے ہیں. تو یہ جناب ایسے بندے ہیں کہ جب جماعت میں عہدے تھے ان کے پاس تب یہ ہیرو بنے پھرتے تھے, اور جب جماعت سے باہر نکلے اپنی کسی تنازع کی وجہ سے تو ٹوٹل اینمی میں کنورٹ ہو گئے ہیں. تو ان کا دین کہاں پہ ہے؟ تو ان لوگوں کو فالو کرنے کا کوئی فائدہ نہیں ہے. تو آئی اپریشیٹ یور ایفرٹس, اور آپ ڈٹ کے کھڑے ہوں. اور یہ رباب اور یہ پیر اسکانی یہ سارے یہ جو ہے نا یہ مفاد پرست سا ٹولہ ہے. ایک براڈ سے اٹھتے ہیں حسینی صاحب کے پاس, حسینی صاحب سبحان اللہ الحمدللہ ماشاء اللہ بہت اچھی یہ کی, فلانے بھائی طاہر امجد بھائی, یہ بھائی وہ بھائی, نال دی براڈ دے جاندی طاہر امجد کافر قذاب دجال کا پیروکار. اتنے تو جھوٹے لوگ ہیں یہ, ایک سیکنڈ میں بدلنے والے, کوئی ویلیوز ہی نہیں ہے. تو اس کا مطلب یہ ہے کہ ان کی خاندانی بیک گراؤنڈ ہے کچھ بھی نہیں ہے, 3rd کلاس بندے ہیں. تو اللہ کا شکر ہے کہ آپ لوگ آئے ہیں, ہوپ فلی کہ اب ایک اچھا کراؤڈ اکٹھا ہوگا ٹک ٹاک پہ. تھینک یو ویری مچ, میں نے بہت ٹائم لیا آپ کو. نہیں, تھینک یو واٹس سوری, تھینک یو. اس کو کہتے ہیں ٹھنڈی ہوا کا جھونکا ہے بس. جی جی, افضل بڑا صاحب, یہ بات بالکل ٹھیک ہے. افضل صاحب جو ہے نا یہ بارش کا پہلا قطرہ ہے جو بڑی مشکل سے آتا ہے, اس کے بعد پیچھے یہ پھر ایسی وہ دیپ سے دیپ جلتا ہے, دیے سے دیا, کہ امید ہے کہ اب اس قسم کا ماحول آگے چلے گا. جی افضل بھائی آپ مرید صاحب سے بات کر لیجیے سر. میں وہی کہنے لگا تھا کہ جو اب دیا نہیں, میرا خیال ہے ویس بھائی شیئر کرنا بھول گئے ہیں. سوری جی بھائی, وہ ویس بھائی شیئر سناتے ہیں, ایسے تو انہوں نے شیئر نہیں سنایا, بڑی مشکل سے ہوتا ہے. چلیں شعر میں سنا دیتا ہوں. میں نے ویسے افضل بھائی کو 15 منٹ پہلے میسج کر دیا تھا, لیکن چلے پھر شکر ہے ابھی بھی باری آ گئی ہے. اچھا نہیں سوری, میں میسج نہیں دیکھ پایا جی, سوری. تو بدل کر مظلوموں کا ہم بیز افضل, تماشا اہل ظلم دیکھتے ہیں. جی افضل صاحب میری آواز آئی ہے؟ جی جی بالکل آئی, بالکل آئی, بالکل آئی. یہ سمجھ نہیں آئی, سمجھ نہیں آئی. دوبارہ سن لو. بدل کر مظلوموں کا ہم بیس افضل, آئے تماشا اہل
नफरत देखते हैं। अल्लाह अकबर। क्या बात माशा अच्छा सुल्तान पहले नफरत देखते साहब, अच्छा खान साहब, अगर आप थोड़ी देर और मॉडरेट कर सके तो आई वुड ग्रेटली अप्रिशिएट। तो मैं अफजल साहब इजाज़त चाहता हूँ। बहुत अच्छा, वेरी वेल डन। तो अब इम्तहान आज से शुरू हुआ है, सबका इम्तहान कोई नहीं था। अल्लाह कोई गल नहीं। ਤੁਸੀਂ ਵੇਖੋ ओके ਤਾਹਿਰ ਅਮਜਦ पेंड ਸਾਹਿਬ ਦਾ ਨਾਂ ਲਿਆ ਤੇ ਤਾਹਿਰ ਅਮਜਦ ਸਾਹਿਬ ਥੱਲੇ ਜਨਾਬ ਮੌਜੂਦ ਨੇ। जी, मैं जगह छोड़ रहा थे। ओके पेंडे ते मियां साहब थैंक यू, मुश्किल जनाब। रामा टिकटाक दियां। ठीक है जी। वाह वाह। बस बहुत मियां साहब सारी बात नीयत की है और इखलास की है, और अल्लाह ताला हमारे सारा कुछ जो हमारे दिलों में पहना है वो देख रहा है। खौफ खुदा होना चाहिए और नीयत ठीक होनी चाहिए। बिल्कुल ठीक है। तो अब मैं भी इजाज़त लूँगा, काफ़ी टाइम हो गया यहाँ पे। जी थैंक यू एमडी साहब, थैंक यू, बहुत अप्रिशिएट। शुक्रिया। अस्सलाम वालेकुम वरहमतुल्लाह। जी वालेकुम सलाम सतरान को इकट्ठा ही तार देना जी, दोनों सतरान इकट्ठे ही उतर जाते हैं फिर। तो कोई चलानी है अभी कुछ और प्लेट? अच्छा चलो सर। अस्सलाम वालेकुम रहमतुल्लाहि व बरकातहू। जी वालेकुम सलाम रहमतुल्लाहि व बरकातहू। जी सुल्तान साहब भी तशरीफ लाए। अस्सलाम वालेकुम सुल्तान साहब। जी वालेकुम सलाम जनाब, वड़ाइक साहब से शिकायत करनी थी, अगर मौजूद हैं तो। मैं जरा मसरूफ हूँ, आप जरा बात कीजिएगा।